ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਮਨ ਸ਼ਰਮਾ ਤੇ ਮੈਂ YouTube ਚੈਨਲ ਰਮਨ ਆਇਲਸ ਨੂੰ ਚਲਾਉਣਾ ਤੇ ਮੈਂ ਉੱਥੇ YouTube ਦੇ ਉੱਤੇ ਆਇਲਸ ਦੇ ਰਿਲੇਟਡ ਜਿੰਨੀਆਂ ਵੀ ਵੀਡੀਓਜ਼ ਹੁੰਦੇ ਜਿੰਨੇ ਵੀ ਡਾਊਟਸ ਹੁੰਦੇ ਮੈਂ ਸਾਰਿਆਂ ਨੂੰ ਸਟੈਪ ਬਾਈ ਸਟੈਪ ਇੱਕ ਵੀਡੀਓ ਦੇ ਵਿੱਚ ਕਲੀਅਰ ਕਰਦਾ। ਤੇ ਅੱਜ ਮੈਂ ਜੂਸ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ, ਜੂਸ ਟਾਕਸ ਦਾ, ਜਿਨ੍ਹਾਂ ਨੇ ਮੈਨੂੰ ਇਸ ਪਲੇਟਫਾਰਮ ਤੇ ਆਉਣ ਦਾ ਮੌਕਾ ਦਿੱਤਾ। ਤੇ ਮੈਂ ਅੱਜ ਆਇਲਸ ਦੀਆਂ ਟਿਪਸ ਤੇ ਟ੍ਰਿਕਸ ਨੇ ਜਿਹੜੀਆਂ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰੂੰਗਾ। ਅੱਜ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਇਹ ਸਮਝਾਉਂਗਾ ਕਿ ਆਇਲਸ ਨੂੰ ਕਿਵੇਂ ਕਲੀਅਰ ਕਰੀਦਾ, ਕਿਉਂਕਿ ਬਹੁਤ ਬੱਚੇ ਕਨਫਿਊਜ਼ ਨੇ। +2 ਤੋਂ ਬਾਅਦ ਇੱਕ ਟ੍ਰੈਂਡ ਹੈ, ਜ਼ਰੂਰ ਹੈ, ਇੱਕ ਪੇਪਰ ਹੈ। ਮੈਂ ਬੜੀ ਕਲੀਅਰ ਗੱਲ ਕਰਾਂ, ਆਇਲਸ ਇੱਕ ਇੰਟੈਲੀਜੈਂਸੀ ਬੇਸਡ ਟੈਸਟ ਨਹੀਂ ਹੈਗਾ, ਕਿਉਂਕਿ ਬਹੁਤ ਬੱਚਿਆਂ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪੜ੍ਹਨ ਨਾਲ ਪੇਪਰ ਕਲੀਅਰ ਹੋ ਜਾਊਗਾ ਜਾਂ ਬਹੁਤ ਵੱਡੀ ਕੁਆਲੀਫਿਕੇਸ਼ਨ ਨਾਲ ਪੇਪਰ ਕਲੀਅਰ ਹੋ ਜਾਊਗਾ। ਇਹ ਬਿਲਕੁਲ ਵੀ ਐਵੇਂ ਦਾ ਨਹੀਂ ਹੈਗਾ। ਇਹ ਮੋਡਿਊਲਸ ਨੇ, ਇੰਟੈਲੀਜੈਂਸੀ ਨਹੀਂ ਬਲਕਿ ਟ੍ਰਿਕਸ ਬੇਸਡ ਨੇ। ਹੁਣ ਮੰਨ ਕੇ ਚੱਲੋ ਕੋਈ ਬੱਚਾ +2 ਮੈਡੀਕਲ ਦਾ ਪੜ੍ਹ ਕੇ ਆਇਆ, ਇਹ ਕੋਈ ਸਿਲੇਬਸ ਨਹੀਂ ਹੈਗਾ ਕਿ ਉਹਨੂੰ ਕਮਰਸ ਦਾ ਟੌਪਿਕ ਆ ਗਿਆ ਜਾਂ ਕਮਰਸ ਦਾ ਪੜ੍ਹ ਕੇ ਉਹਨੂੰ ਨਾਨ ਮੈਡੀਕਲ ਦਾ ਟੌਪਿਕ ਆ ਗਿਆ। ਆਪਾਂ ਇਹ ਸਿੱਖਣਾ ਹੈਗਾ ਕਿ ਆਪਾਂ ਇਹਨੂੰ ਸੋਲਵ ਕਿਵੇਂ ਕਰਨਾ ਹੈ। ਇਹ ਨਹੀਂ ਹੈਗਾ ਕਿ ਆਪਾਂ ਇੰਨੇ ਚੈਪਟਰਸ ਪੜ੍ਹਨੇ ਆ, ਕਿਉਂਕਿ ਬਹੁਤ ਬੱਚੇ ਡਰੇ ਬੈਠੇ ਆ, ਉਹ ਦਿਨ 'ਚ 3-3 ਵਾਰ ਰੀਡਿੰਗਸ ਕਰਦੇ ਆ, 4-4 ਵਾਰ ਰੀਡਿੰਗਸ ਕਰਦੇ ਆ। ਨਹੀਂ, ਇੱਕ ਆਪਾਂ ਫੇਮਸ ਆਪਣੇ ਕੋਟ ਤਾਂ ਸੁਣਿਆ ਹੀ ਹੋਊਗਾ ਨਾ, ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਪਰ ਇਹ ਨਹੀਂ ਹੈਗਾ ਐਕੂਰੇਟ ਪ੍ਰੈਕਟਿਸ। ਤਾਂ ਆਪਾਂ ਐਕੂਰੇਟ ਪ੍ਰੈਕਟਿਸ ਕਿਵੇਂ ਕਰਨੀ ਆ? ਇੱਕ ਸਟੂਡੈਂਟ ਨੇ ਸਵਾਲ ਕੀਤਾ ਕਿ ਰਮਨ ਸਰ ਮੋਡਿਊਲ ਕਿਹੜਾ ਮਤਲਬ ਸਭ ਤੋਂ ਇੰਪੋਰਟੈਂਟ ਦਾ? ਮੇਰਾ ਬੜਾ ਹੱਸ ਕੇ ਜਵਾਬ ਸੀਗਾ ਕਿ ਸਾਰੇ, ਮਤਲਬ ਕੀ ਹੈ ਕਿ ਜੇ ਤੁਸੀਂ 3 ਮੋਡਿਊਲ ਦੇ ਵਿੱਚੋਂ 7 ਬੈਂਡ ਲੈ ਕੇ ਆਉਂਦੇ ਤਾਂ ਇੱਕ 'ਚੋਂ 5 ਲੈ ਕੇ ਆਉਂਦੇ ਤਾਂ ਇਹ ਬਿਲਕੁਲ ਗਲਤ ਹੋ ਜਾਏਗਾ, ਕਿਉਂਕਿ ਤੁਹਾਡੇ 3 ਵੀ ਉਹ ਖਰਾਬ ਗਏ ਆ। ਤਾਂ ਆਪਾਂ ਟਾਕ ਕਰਦੇ ਹਾਂ ਕਿ ਕਿਵੇਂ ਇੱਕ ਮੋਡਿਊਲ ਦੀ ਆਪਾਂ ਟਾਕ ਕਰਾਂਗੇ ਤੇ ਸਟੈਪ ਬਾਈ ਸਟੈਪ ਆਪਾਂ ਇਹਨਾਂ ਨੂੰ ਕਲੀਅਰ ਕਰਾਂਗੇ। ਵਿੱਚ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦੱਸੂਗਾ ਮੇਰੇ ਸਟੂਡੈਂਟਸ ਦਾ। ਜਿਵੇਂ ਵੀ ਰੀਡਿੰਗ ਤੇ ਲਿਸਨਿੰਗ ਇੱਕ ਐਵੇਂ ਦਾ ਮੋਡਿਊਲ ਹੈ ਕਿ ਤੁਸੀਂ 9/9 ਬੈਂਡ ਵੀ ਲੈ ਸਕਦੇ ਹੋ। ਜੀ ਹਾਂ, ਰੀਡਿੰਗ ਦੇ ਵਿੱਚ ਤੁਸੀਂ 9 ਚੋਂ 9 ਵੀ, ਜਿਵੇਂ ਮੈਥ ਸਬਜੈਕਟ ਹੁੰਦਾ ਸੀ ਸਕੂਲ 'ਚ ਨਾ, ਉਹ 'ਚੋਂ 100 ਚੋਂ 100 ਆ ਜਾਂਦੇ ਸੀ। ਪਰ ਹਿਸਟਰੀ ਹੋ ਗਿਆ ਜਾਂ ਸੋਸ਼ੀਓਲੋਜੀ ਹੋ ਗਿਆ, ਉਹ 'ਚੋਂ 100 ਚੋਂ 100 ਨਹੀਂ ਆਉਂਦੇ ਸੀ। ਤਾਂ ਰਾਈਟਿੰਗ ਤੇ ਸਪੀਕਿੰਗ ਐਵੇਂ ਦਾ ਮੋਡਿਊਲ ਹੈ ਜਿਸ 'ਚ 8.5 ਤੱਕ ਵੀ ਰਹਿ ਜਾਂਦੇ ਤੇ ਬਹੁਤ ਜ਼ਿਆਦਾ ਰੇਅਰ ਹੁੰਦਾ ਹੈ ਕਿਸੇ ਦੇ 9 ਚੋਂ 9 ਆਉਣ। ਤਾਂ ਸ਼ੁਰੂ ਕਰਦੇ ਹਾਂ ਆਪਾਂ ਸਭ ਤੋਂ ਪਹਿਲਾ ਮੋਡਿਊਲ, ਦੈਟਸ ਕਾਲਡ ਰੀਡਿੰਗ। ਰੀਡਿੰਗ ਨੂੰ ਬਹੁਤ ਬੱਚੇ ਬੋਰਿੰਗ ਮੋਡਿਊਲ ਵੀ ਕਹਿੰਦੇ ਨੇ, ਪਰ ਮੈਨੂੰ ਇਹ ਲੱਗਦਾ ਹੈਗਾ ਕਿ ਇੱਕ ਪੜ੍ਹਾਉਣ ਦਾ ਵਧੀਆ ਤਰੀਕਾ ਹੋਣਾ ਚਾਹੀਦਾ ਤੇ ਡੈਫੀਨੇਟਲੀ ਇਹ ਕਿਸ ਤਰੀਕੇ ਨਾਲ ਕਲੀਅਰ ਹੋਊਗਾ ਆਪਾਂ ਟਾਕ ਕਰਦੇ ਹਾਂ। ਮੈਂ ਰੀਡਿੰਗ ਨੂੰ 5 ਸਟੈਪਸ ਦੇ ਵਿੱਚ ਵੰਡਿਆ ਹੋਇਆ। 5 ਸਟੈਪਸ ਮਤਲਬ ਕੀ ਹੋਇਆ? ਮੈਂ ਮੰਡੇ ਟੂ ਫਰਾਈਡੇ ਟੀਚ ਕਰਦਾ, ਮਤਲਬ ਸੋਮਵਾਰ ਤੋਂ ਲੈ ਕੇ ਮੈਂ ਸ਼ੁੱਕਰਵਾਰ ਤੱਕ ਟੀਚ ਕਰਦਾ। ਤੇ ਰੀਡਿੰਗ ਦੇ ਵਿੱਚ ਮੈਂ 5 ਚੀਜ਼ਾਂ ਨੂੰ ਕਿਵੇਂ ਡਿਫਾਈਨ ਕਰਦਾ ਹੁੰਦਾ। ਫॉर ਐਗਜ਼ਾਮਪਲ, ਨੰਬਰ 1 ਤੇ ਆਪਣੇ ਕੋਲੇ ਆ ਲਿਸਟ ਆਫ ਹੈਡਿੰਗ, ਨੰਬਰ 2 ਤੇ ਹੈਗੇ ਆਪਣੇ ਕੋਲੇ ਫਿਲ ਇਨ ਦਾ ਬਲੈਂਕ, ਨੰਬਰ 3 ਤੇ ਆਪਣੇ ਕੋਲੇ ਹੈਗੇ ਆ ਮੈਚਿੰਗ, ਜਿਵੇਂ ਆਪਾਂ ਸੈਂਟੈਂਸ ਮੈਚ ਕਰਨਾ ਹੁੰਦਾ ਹੈ ਜਾਂ ਕੋਈ ਰਾਈਟਰ ਮੈਚ ਕਰਨਾ ਹੁੰਦਾ ਹੈ। ਨੰਬਰ 4 ਤੇ ਮੇਰੇ ਕੋਲੇ ਆ ਟਰੂ ਫਾਲਸ ਤੇ ਨੰਬਰ 5 ਤੇ ਮੇਰੇ ਕੋਲੇ ਆ MCQ। ਟਰੂ ਫਾਲਸ ਤੇ ਯੈਸ ਨੂੰ ਇੱਕੋ ਚੀਜ਼ ਹੁੰਦੀ ਆ, ਪਰ ਇਹਨਾਂ ਨੂੰ ਲਿਖਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ। ਮੈਂ ਕਿਵੇਂ ਆਪਣੇ ਬੱਚੇ ਨੂੰ ਪੜ੍ਹਾਉਣਾ, ਧਿਆਨ ਨਾਲ ਸੁਣਿਓ। ਰੀਡਿੰਗ ਨੂੰ ਆਪਾਂ ਇੱਕ ਹੈਬਿਟ ਬਣਾਉਣੀ ਹੁੰਦੀ ਹੈ, ਆਪਣਾ ਕੰਸਨਟਰੇਟ ਬਣਾਉਣਾ ਹੁੰਦਾ ਹੈਗਾ। ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਲਗਾਤਾਰ ਰੀਡਿੰਗਸ ਨੂੰ, ਬਹੁਤ ਸਾਰੀਆਂ ਰੀਡਿੰਗਸ ਨੂੰ ਪੜ੍ਹੋ। ਨਹੀਂ, ਤੁਸੀਂ ਨਾਰਮਲ ਕੋਈ ਮੈਗਜ਼ੀਨ ਪੜ੍ਹ ਸਕਦੇ ਹੋ, ਕੋਈ ਨਾਵਲ ਪੜ੍ਹ ਸਕਦੇ ਹੋ। ਬਸ ਤੁਹਾਨੂੰ ਆਪਣੇ ਦਿਮਾਗ ਨੂੰ ਇੱਕ ਜਗ੍ਹਾ ਤੇ ਟਿਕਾਉਣਾ ਹੈਗਾ ਤੇ ਫਿਰ ਤੁਸੀਂ ਦੇਖਿਓ ਕਿ ਆਨਸਰਸ ਕਿਵੇਂ ਠੀਕ ਹੁੰਦੇ ਜਾਣਗੇ। ਜੇ ਮੈਂ ਤੁਹਾਨੂੰ ਆਇਲਸ ਦੇ ਰੀਡਿੰਗ ਨੂੰ ਕ੍ਰੈਕ ਕਰਨ ਦੀ ਇੱਕ ਟ੍ਰਿਕ ਦੱਸਾਂ ਤਾਂ ਮੈਂ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ, ਚਾਹੇ ਪੈਸੇਜ 1 ਹੋਵੇ, ਪੈਸੇਜ 2 ਹੋਵੇ, ਪੈਸੇਜ 3 ਹੋਵੇ, ਤੁਸੀਂ ਸਭ ਤੋਂ ਪਹਿਲਾਂ ਇਹ ਜੱਜ ਕਰੋ ਕਿ ਲਿਸਟ ਆਫ ਹੈਡਿੰਗ ਕਿੱਥੇ ਆ। ਸਭ ਤੋਂ ਪਹਿਲਾਂ ਰੀਡਿੰਗ ਦੇ ਵਿੱਚ ਜੇ ਤੁਸੀਂ ਲਿਸਟ ਆਫ ਹੈਡਿੰਗ, ਇਹਦਾ ਮੈਂ ਇਹ ਵੀ ਦੱਸੂਗਾ ਵੀ ਮੈਂ ਕਿਉਂ ਕਹਿ ਰਿਹਾ, ਹੈ ਨਾ। ਇਹ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਐਵੇਂ ਤੁੱਕਾ ਮਾਰ ਕੇ ਗੱਲ ਨੂੰ ਕਹਿ ਰਿਹਾ, ਮੈਂ ਲੌਜਿਕ ਵੀ ਦੇਵਾਂਗਾ ਇਸ ਚੀਜ਼ ਦਾ। ਨੰਬਰ 1 ਤੇ ਆਪਾਂ ਟਾਕ ਕਰਦੇ ਹਾਂਗੇ ਲਿਸਟ ਆਫ ਹੈਡਿੰਗ ਦੀ। ਨੰਬਰ 2 ਤੇ ਆਪਾਂ ਗੱਲ ਕਰੀ ਜੇ ਫਿਲ ਇਨ ਦਾ ਬਲੈਂਕ ਕਰਨੀਆਂ ਨੇ। ਨੰਬਰ 3 ਤੇ ਮੈਚਿੰਗ ਤੇ ਨੰਬਰ 4 ਤੇ 5 ਤੇ ਟਰੂ ਫਾਲਸ ਜਾਂ MCQ। ਕਾਰਨ ਕੀ ਹੈ ਕਿ ਕਈ ਵਾਰ ਬਹੁਤ ਬੱਚਿਆਂ ਕੋਲੇ ਟਾਈਮ ਮੈਨੇਜ ਨਹੀਂ ਹੁੰਦਾ ਹੈਗਾ। ਮੰਨ ਕੇ ਚਲੋ ਲਾਸਟ 3 ਮਿੰਟ ਰਹਿ ਗਏ ਤੇ 10 ਕੁਐਸਚਨ ਪਏ ਨੇ। ਧਿਆਨ ਨਾਲ ਸੁਣਿਓ, 3 ਮਿੰਟ ਰਹਿ ਗਏ ਤੇ 10 ਕੁਐਸਚਨ ਪਏ ਨੇ। ਲਿਸਟ ਆਫ ਹੈਡਿੰਗ ਨਹੀਂ ਹੋ ਸਕਦੇ, ਫਿਲ ਇਨ ਦਾ ਬਲੈਂਕਸ ਨਹੀਂ ਹੋ ਸਕਦੀਆਂ, ਮੈਚਿੰਗ ਨਹੀਂ ਹੋ ਸਕਦੀ, ਪਰ ਟਰੂ ਫਾਲਸ ਤੇ MCQ ਨੇ। ਇਹ ਬਹੁਤ ਵਾਰ ਬੱਚਾ ਕੀ ਕਰਦਾ ਹੈ, ਹਿੱਟ ਦਾ ਫਲੂਕ ਕਰਦਾ ਹੈ, ਤੁੱਕਾ ਵੀ ਮਾਰ ਦਿੰਦਾ ਹੈਗਾ ਤੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਨੇ। ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗਾ, ਰੀਡਿੰਗ ਨੂੰ ਕਰਨ ਦੇ ਲਈ ਤੁਹਾਨੂੰ ਓਵਰ ਰੀਡ ਨਹੀਂ ਕਰਨਾ, ਜਸਟ ਲੋਕੇਸ਼ਨਸ ਨੂੰ ਪੜ੍ਹਨਾ ਹੈ ਸਟੈਪ ਬਾਈ ਸਟੈਪ, ਕਿਉਂਕਿ ਆਨਸਰ ਨੇ ਜਿਹੜੇ ਉਹ ਹਮੇਸ਼ਾ ਸੀਕੁਐਂਸ 'ਚ ਆਉਂਦੇ ਨੇ, ਉੱਪਰ ਤੋਂ ਨੀਚੇ ਆਉਂਦੇ ਆ ਸਟੈਪ ਬਾਈ ਸਟੈਪ। ਇਹ ਬੜਾ ਸਿੰਪਲ ਤਰੀਕੇ ਨਾਲ ਤੁਸੀਂ ਰੀਡਿੰਗ ਕਰੈਕ ਕਰ ਸਕਦੇ ਹੋ। ਜੇ ਮੈਂ ਦੂਜੀ ਗੱਲ ਕਰਦਾ ਰਾਈਟਿੰਗ ਦੀ, ਮੈਂ ਰਾਈਟਿੰਗ ਨੂੰ ਬੜੇ ਤਰੀਕੇ ਨਾਲ ਦੱਸਦਾ। ਟਾਸਕ 1, ਟਾਸਕ 2,
ਜੇ ਐਕੈਡੈਮਿਕ ਦੇ ਬੱਚੇ ਆ ਤਾਂ ਟਾਸਕ 1 ਦੀਆਂ 7 ਟਾਈਪਸ ਹੁੰਦੀਆਂ ਨੇ ਤੇ ਜੇ ਜਰਨਲ ਦਾ ਬੱਚਾ ਤਾਂ ਟਾਸਕ 1 ਦੀਆਂ 3 ਟਾਈਪਸ ਹੁੰਦੀਆਂ ਨੇ, ਪਰ ਟਾਸਕ 2 ਦੋਨਾਂ ਦੇ ਲਈ ਸੇਮ ਹੁੰਦਾ ਹੈਗਾ। ਤਾਂ ਬੜੀ ਸਿੱਖਣ ਵਾਲੀ ਗੱਲ ਕੀ ਹੈ, ਐਗਜ਼ਾਮੀਨਰ ਬੈਂਡ ਦਿੰਦਾ ਕਿਵੇਂ ਆ। ਟਾਸਕ 2 ਦੀ ਜੇ ਆਪਾਂ ਗੱਲ ਕਰੀਏ, ਇਹ ਸੋਸ਼ਲ ਟੌਪਿਕ ਹੁੰਦਾ ਹੈ, ਹਰ ਬੰਦੇ ਦੀ ਲਾਈਫ ਨਾਲ ਜੁੜਿਆ ਹੋਇਆ ਟੌਪਿਕ, ਮਤਲਬ ਰੱਟਾ ਮਾਰਨ ਦੀ ਤਾਂ ਗੱਲ ਹੀ ਖਤਮ ਹੈ। ਜੋ ਸਰਾਊਂਡਿੰਗ ਏਰੀਆ ਦੇ ਵਿੱਚ ਹੁੰਦਾ, ਜੋ ਆਲੇ ਦੁਆਲੇ ਆਪਣੇ ਵਾਪਰ ਰਿਹਾ ਹੁੰਦਾ, ਟੌਪਿਕ ਬਿਲਕੁਲ ਉਸ ਤਰੀਕੇ ਦਾ ਹੀ ਆਉਂਦਾ। ਤੁਹਾਨੂੰ ਨੌਲੇਜ ਵੀ ਹੁੰਦੀ ਆ। ਬੈਂਡ ਲੈ ਕੇ ਆਉਣ ਦੇ ਲਈ ਤੁਹਾਨੂੰ ਸਭ ਤੋਂ ਵਧੀਆ ਚਾਹੀਦਾ ਸਟਰਕਚਰ, ਕਿ ਤੁਹਾਨੂੰ ਐਸੇ ਲਿਖਿਆ ਕਿਵੇਂ ਆ, ਤੇ ਐਸੇ ਲਿਖਣ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਲੈਨਿੰਗ। ਬਹੁਤ ਬੱਚੇ ਕੀ ਕਰਦੇ ਆ, ਕੁਐਸਚਨ ਪੇਪਰ ਫੜਿਆ ਨਾਲ ਦੀ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਤੇ ਐਟ ਦਾ ਐਂਡ ਕੀ ਹੁੰਦਾ, ਉਹ ਤੇਰੀ ਪੈਰਾਗ੍ਰਾਫ ਸਹੀ ਨਹੀਂ ਲਿਖਿਆ, ਫਿਰ ਉਹ ਇਰੇਜ਼ ਕਰਦੇ ਆ, ਟਾਈਮ ਵੇਸਟ, ਸ਼ੀਟ ਖਰਾਬ ਤੇ ਬੈਂਡ ਸਕੋਰ ਕਦੇ ਵੀ ਨਹੀਂ ਆਉਂਦਾ ਹੈਗਾ। ਤਾਂ ਸਭ ਤੋਂ ਚੰਗੀ ਗੱਲ ਕੀ ਹੈ, ਪਲੈਨਿੰਗ ਕਰੋ। ਸਟਰਕਚਰ ਹੈ ਜਿਹੜਾ ਉਹਨੂੰ ਇੰਟਰੋਡਕਸ਼ਨ, ਬਾਡੀ 1, ਬਾਡੀ 2, ਕਨਕਲੂਜਨ ਬਹੁਤ ਚੰਗੇ ਤਰੀਕੇ ਨਾਲ ਕਰੋ। ਜਿਹੜੇ ਦੇ ਕਨੈਕਟਰਸ ਹੁੰਦੇ ਆ ਉਹ ਬਹੁਤ ਚੰਗੇ ਤਰੀਕੇ ਨਾਲ ਪਰਫਾਰਮ ਕਰ ਸਕਦੇ ਆ। ਰਹੀ ਗੱਲ ਸੈਂਟੈਂਸ ਨੂੰ, ਵੇਰੀਏਸ਼ਨ ਦਿਓ। ਐਗਜ਼ਾਮੀਨਰ ਇਹ ਭਾਲਦਾ ਵੀ ਤੁਹਾਨੂੰ ਕਿੰਨੇ ਤਰ੍ਹਾਂ ਦੇ ਸੈਂਟੈਂਸਿਸ ਆਉਂਦੇ ਆ। ਜੇ ਕਿੰਨੇ ਤਰ੍ਹਾਂ ਦੇ ਨਹੀਂ ਆਉਂਦੇ ਨਾ, ਕੱਲਾ ਐਕਟਿਵ ਪੈਸਿਵ ਬਹੁਤ ਚੰਗੇ ਤਰੀਕੇ ਨਾਲ ਸਿੱਖ ਲਓ, ਤੁਹਾਡਾ ਸਕੋਰ ਰਾਈਟਿੰਗ ਟਾਸਕ 2 ਚੋਂ ਬਹੁਤ ਵਧੀਆ ਆਊਗਾ। ਤੇ ਰਾਈਟਿੰਗ ਟਾਸਕ 2 ਹੈ ਜਿਹੜਾ, ਉਹ 6 ਬੈਂਡ ਦਾ ਹੁੰਦਾ ਹੈਗਾ, ਤੇ 6 ਚੋਂ ਕੋਈ ਬੱਚਾ 4.5 ਵੀ ਕਰ ਸਕਦਾ ਹੈ, ਕੋਈ 5 ਵੀ ਕਰ ਸਕਦਾ, ਤੇ ਰਹਿੰਦੀ ਕਸਰ ਆਪਾਂ ਟਾਸਕ 1 ਚੋਂ ਪੂਰੀ ਕਰ ਸਕਦੇ ਹਾਂਗੇ। ਤੇ ਟਾਸਕ 1 ਕੀ ਹੈਗਾ, ਜਿਹੜੇ ਐਕੈਡੈਮਿਕ ਦੇ ਬੱਚੇ ਨੇ ਇਹਨਾਂ ਨੂੰ ਗ੍ਰਾਫ ਜਾਂ ਚਾਰਟ ਹੁੰਦਾ ਹੈ, ਤੇ ਜਰਨਲ ਦੇ ਬੱਚਿਆਂ ਨੂੰ ਲੈਟਰ ਹੁੰਦਾ ਹੈ। ਮਤਲਬ ਇਹ ਹੈ, ਜੇ ਗ੍ਰਾਫ ਹੈ ਜਾਂ ਤੁਹਾਨੂੰ ਚਾਰਟ ਹੈ, ਆਪਣੇ ਵੱਲੋਂ ਤੁਸੀਂ ਉਹਦੇ 'ਚ ਕੁਝ ਵੀ ਨਹੀਂ ਐਡ ਕਰਨਾ। ਵਾਟ ਐਵਰ ਯੂ ਪੀਪਲ ਆਰ ਜਸਟ ਲੁਕਿੰਗ, ਜੋ ਦੇਖ ਰਹੇ ਹੋ ਤੁਹਾਨੇ ਉਹ ਇਨਫੋਰਮੇਸ਼ਨ ਨੂੰ ਰਾਈਟ ਡਾਊਨ ਕਰਨਾ ਹੁੰਦਾ ਹੈ। ਆਪਦੀ ਤੁਹਾਨੇ ਕੋਈ ਸਲਾਹ ਜਾਂ ਕਨਕਲੂਜਨ ਨਹੀਂ ਦੇਣਾ ਹੁੰਦਾ, ਤੇ ਰੈਪੀਟੀਸ਼ਨ ਕਦੇ ਵੀ ਨਾ ਕਰਿਓ। ਰਾਈਟਿੰਗ 'ਚ ਬਹੁਤ ਸੋਹਣਾ ਬੈਂਡ ਸਕੋਰ ਆਏਗਾ। ਬਸ ਮੈਂ ਇਹ ਸਲਾਹ ਦੇਵਾਂਗਾ ਰਾਈਟਿੰਗ ਕਰਨ ਦੇ ਲਈ, ਤੁਹਾਨੂੰ ਸੋਸ਼ਲ ਇਸ਼ੂ ਨੂੰ, ਮਤਲਬ ਕਿ ਤੁਹਾਨੂੰ ਸੋਸ਼ਲੀ ਹੋਣਾ ਚਾਹੀਦਾ, ਹਰ ਗੱਲ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਇੱਕ ਕਰੰਟ ਟੌਪਿਕ ਹੈ ਸੀ ਡੀਮੋਨੇਟਾਈਜੇਸ਼ਨ। ਹੁਣ ਜੇ ਬੱਚੇ ਨੂੰ ਪੰਜਾਬੀ 'ਚ ਨਹੀਂ ਪਤਾ ਵੀ ਇਹ ਕੀ ਹੁੰਦਾ, ਉਹ ਟੌਪਿਕ ਕਿਵੇਂ ਲਿਖੂਗਾ? ਅਸਲੀਅਤ ਹੁੰਦੀ ਹੈ ਨੋਟਬੰਦੀ। ਰਹੀ ਗੱਲ, 3rd ਮੋਡਿਊਲ ਆਪਣਾ ਹੈਗਾ ਲਿਸਨਿੰਗ। ਬਹੁਤ ਵਾਰ ਕੀ ਕਹਿੰਦੇ ਆ ਕਿ ਲਿਸਨਿੰਗ ਅਸੀਂ ਕਿਸੇ ਦੀ ਸੁਧਾਰ ਨਹੀਂ ਸਕਦੇ, ਕਿਉਂਕਿ ਉਹ ਬੰਦੇ ਨੇ ਆਪਣੇ ਜੋ ਹੈੱਡਫੋਨ ਜਾਂ ਜੋ ਵੀ ਲਾਇਆ ਹੁੰਦਾ ਹੈ, ਅਸੀਂ ਕਿਸੇ ਨੂੰ ਕਿਵੇਂ ਚੇਂਜ ਕਰਾਂਗੇ। ਬਹੁਤ ਬੱਚਿਆਂ 'ਚ ਮਿਥ ਹੁੰਦੀ ਆ, ਉਹ YouTube ਦੇ ਉੱਤੇ ਲਿਸਨਿੰਗ ਕਰਦੇ, ਸਪੀਡ ਵਧਾ ਕੇ ਲਿਸਨਿੰਗ ਕਰਦੇ ਆ, ਤੇ ਮੈਂ ਨਹੀਂ ਚਾਹੁੰਦਾ ਕਦੇ ਐਵੇਂ ਦਾ ਕੁਝ ਹੋਵੇ। ਤੁਸੀਂ ਕੀ ਕਰਨਾ, ਆਪਣੇ ਕੋਲੇ 4 ਪਾਰਟਸ ਹੁੰਦੇ ਆ ਲਿਸਨਿੰਗ ਦੇ। 1 to 10 ਕੁਐਸਚਨ ਹੁੰਦੇ, 11 to 20 ਹੁੰਦੇ, 21 to 30 ਤੇ 31 to 40। ਬਹੁਤ ਬੱਚਿਆਂ ਨੂੰ ਲੱਗਦਾ ਕਿ ਜਿਹੜਾ ਲਾਸਟ ਵਾਲਾ ਪਾਰਟ ਹੈ ਨਾ, ਅੱਧੇ ਬੱਚਿਆਂ ਦਾ ਅੱਧੇ ਹੁੰਦਾ ਕਿ 31st ਕੁਐਸਚਨ ਦੇ ਹੁੰਦੇ, 31st ਤੇ ਅਚਾਨਕ ਕੀ ਹੁੰਦਾ ਹੈਗਾ 40 ਵੀ ਹੋ ਜਾਂਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਮਤਲਬ ਉਹ ਕਹਿਣਾ ਵੀ ਦਿਸ ਇਜ਼ ਦਾ ਐਂਡ ਆਫ ਸੈਕਸ਼ਨ 4। ਤਾਂ ਬਹੁਤ ਬੱਚਿਆਂ ਦੇ ਇੰਨੇ ਸਾਰੇ ਕੁਐਸਚਨ ਨੇ ਜਿਹੜੇ ਉਹ ਰਹਿ ਜਾਂਦੇ ਆ, ਉਹਨਾਂ ਨੂੰ ਤਾਂ ਬਾਅਦ 'ਚ ਹੀ ਪਤਾ ਲੱਗਦਾ ਵੀ ਸਾਰੀ ਲਿਸਨਿੰਗ ਲੰਘ ਗਈ। ਤਾਂ ਲਿਸਨਿੰਗ ਦੇ ਵਿੱਚ ਜਿਹੜੀਆਂ 3 ਟਾਈਪਸ ਹੁੰਦੀਆਂ ਨੇ, ਮਤਲਬ ਕਿਹੜੀਆਂ? ਫਿਲ ਇਨ ਦਾ ਬਲੈਂਕ, MCQ ਜਾਂ ਮੈਪ। ਮੈਂ ਆਪਣੇ ਬੱਚਿਆਂ ਨੂੰ ਕੀ ਸਲਾਹ ਦੇਵਾਂਗਾ ਕਿ ਤੁਸੀਂ ਕੀ ਕਰਨਾ, ਜਿਵੇਂ ਪਹਿਲੇ ਦਿਨ ਤੁਸੀਂ ਫਸਟ 10 ਕੁਐਸਚਨ ਕਰਕੇ ਦੇਖੋ। ਮਤਲਬ ਜੇ ਪਹਿਲੇ 10 ਚੋਂ ਤੁਸੀਂ 10 ਕੱਢਣ ਜੋਗੇ ਹੈਗੇ, ਤੁਸੀਂ 9 ਚੋਂ 9 ਵੀ ਹਿੱਟ ਕਰ ਸਕਦੇ ਹੋ। ਲੋਕੇਸ਼ਨਸ ਪੜ੍ਹਨੀਆਂ ਹੁੰਦੀਆਂ ਨੇ, ਮੰਨ ਕੇ ਚੱਲੋ ਉਹਨੇ ਪਹਿਲਾ ਨੇਮ ਦਿੱਤਾ, ਦੂਜੀ ਪਲੇਸ ਦਿੱਤੀ ਆ, ਤੀਜਾ ਮੋਬਾਈਲ ਨੰਬਰ ਦਿੱਤਾ ਹੈ। ਅਚਾਨਕ ਤੁਹਾਡਾ ਪਹਿਲਾ ਸਕਿਪ ਹੋ ਗਿਆ, ਪਰ ਤੁਹਾਨੂੰ ਇਹ ਪਤਾ ਹੋਵੇ ਵੀ ਯਾਰ ਹੁਣ ਮੋਬਾਈਲ ਨੰਬਰ ਤੇ ਆ ਗਿਆ, ਤੁਸੀਂ ਅਗਲੇ ਤੇ ਤਾਂ ਆਓ, ਰਾਦਰ ਟੂ ਕੇ ਤੁਸੀਂ ਆਪਣਾ ਸਾਰਾ ਉਹਨੂੰ ਸਕਿਪ ਕਰ ਦਿਓ। ਤਾਂ ਲਿਸਨਿੰਗ ਦੇ ਵਿੱਚ ਮੈਂ ਤਾਂ ਇਹ ਸਲਾਹ ਦੇਵਾਂਗਾ, ਤੁਸੀਂ ਇੱਕ ਵਾਰ ਲਿਸਨਿੰਗ ਨੂੰ ਕਰੋ, ਤੇ ਸੈਕਿੰਡ ਟਾਈਮ ਕੀ ਹੁੰਦਾ ਹੈਗਾ, ਉਸੇ ਲਿਸਨਿੰਗ ਨੂੰ ਦੁਬਾਰੇ ਕਰਕੇ ਦੇਖੋ ਕਿ ਤੁਸੀਂ ਏਬਲ ਹੈਗੇ ਹੋ 9 ਚੋਂ 9 ਕੱਢਣ ਦੇ, ਕਿਉਂਕਿ ਇਹ ਪ੍ਰੈਕਟਿਸ ਤੇ ਹੈ, ਇਸ ਤੋਂ ਬਿਨਾਂ ਕੁਝ ਨਹੀਂ ਹੈਗਾ। ਰਾਦਰ ਟੂ ਕਿ ਤੁਸੀਂ ਬਹੁਤ ਤੇਜ਼ ਇਹਨੂੰ ਪਲੇ ਕਰੋ, ਤੁਸੀਂ ਬੜੇ ਸਿੰਪਲ ਤਰੀਕੇ ਨਾਲ ਸਟੈਪ ਬਾਈ ਸਟੈਪ ਹੈਬਿਟ ਹੈ ਉਹ ਬਣ ਜਾਏਗੀ। ਤੇ ਹੁਣ ਆਪਾਂ ਪੰਜਾਬੀ ਗਾਣਾ ਸੁਣਦੇ ਹਾਂ, ਪੰਜਾਬੀ ਗਾਣਾ ਸੁਣਦੇ ਹੋਏ ਆਪਾਂ ਨੂੰ ਲਿਰਿਕਸ ਦੀ ਲੋੜ ਨਹੀਂ ਪੈਂਦੀ, ਕਿਉਂਕਿ ਆਪਾਂ ਨੂੰ ਡੈਫੀਨੇਟਲੀ ਉਹ ਮਾਹੌਲ 'ਚ ਆਪਾਂ ਪਲੇ ਹੋਏ ਹਾਂ। ਤਾਂ ਇੰਗਲਿਸ਼ ਵੀ ਐਵੇਂ ਦੀ ਹੀ ਚੀਜ਼ ਹੈ। ਲਾਸਟ ਮੋਡਿਊਲ ਆਪਣੇ ਕੋਲੇ ਸਪੀਕਿੰਗ ਹੈ। ਸਪੀਕਿੰਗ ਦੇ ਵਿੱਚ ਜਿਹੜਾ ਬੱਚਾ ਮਰਦਾ ਉਹ ਕਿਹੜੀਆਂ ਚੀਜ਼ਾਂ 'ਚ ਮਰਦਾ? ਫੇਕ ਐਕਸੈਂਟ। ਉਹ ਜਾਣ ਕੇ ਉਹਨੂੰ ਇਹ ਲੱਗਦਾ ਵੀ ਮੈਂ ਕਾਪੀ ਐਕਚੁਅਲੀ ਡਰਾਫਟ ਪਤਾ ਨਹੀਂ ਕਿਆ ਮਤਲਬ ਦਿਸ ਇਜ਼ ਨਾਟ ਅ ਵੇ ਟੂ ਸਪੀਕ। ਐਗਜ਼ਾਮੀਨਰ, ਇੰਗਲਿਸ਼ ਇੱਕ ਲੈਂਗੁਏਜ ਹੈ, ਐਗਜ਼ਾਮੀਨਰ ਨੂੰ ਪਤਾ ਤਾਂ ਲੱਗੇ ਵੀ ਤੁਸੀਂ ਕੀ ਬੋਲ ਰਹੇ ਹੋ, ਤੁਹਾਡੀਆਂ ਫੀਲਿੰਗਸ ਕੀ ਨੇ। ਸਪੀਕਿੰਗ ਦੇ ਵਿੱਚ 3 ਟਾਸਕ ਨੇ। ਟਾਸਕ 1 ਤੁਹਾਡੀ ਇੰਟਰੋਡਕਸ਼ਨ ਹੈ। ਇੰਟਰੋਡਕਸ਼ਨ ਦਾ ਮਤਲਬ ਤੁਸੀਂ ਜੋ ਦਿਲ ਕਰਦਾ ਹੈ ਤੁਸੀਂ ਉਹਦੇ ਬਾਰੇ ਦੱਸ ਸਕਦੇ ਹੋ। ਐਗਜ਼ਾਮੀਨਰ ਨੇ ਪੁੱਛਿਆ ਹੂ ਇਜ਼ ਯੂਅਰ ਫੇਵਰੇਟ ਐਕਟਰ, ਜੇ ਤੁਸੀਂ ਰਿਤਿਕ ਰੋਸ਼ਨ ਕਹਤਾ ਤਾਂ ਵੀ ਤੁਹਾਡੇ ਬੈਂਡ ਨੂੰ ਕੋਈ ਫਰਕ ਨਹੀਂ, ਜੇ ਸਲਮਾਨ ਖਾਨ ਕਹਤਾ ਤਾਂ ਵੀ ਕੋਈ ਫਰਕ ਨਹੀਂ। ਅਸਲੀਅਤ ਕੀ ਆ, ਤੁਹਾਨੂੰ ਰਿਐਲਿਟੀ ਟਾਕ ਕਰਨੀ ਹੋਣੀ ਚਾਹੀਦੀ, ਚਾਹੇ ਝੂਠ ਬੋਲੋ, ਜੋ ਮਰਜ਼ੀ ਕਰੋ। ਹੁਣ ਐਗਜ਼ਾਮੀਨਰ ਤੁਹਾਡੇ ਘਰੇ ਫੋਨ ਕਰਕੇ ਥੋੜੀ ਪੁੱਛੂਗਾ ਵੀਰਾ ਸੱਚੀ ਰਿਤਿਕ ਰੋਸ਼ਨ ਹੈ, ਐਵੇਂ ਦਾ ਕੁਛ ਨਹੀਂ ਹੁੰਦਾ ਹੈਗਾ। ਟਾਸਕ 1 ਦੇ ਵਿੱਚ ਜਿੰਨਾ ਮਰਜ਼ੀ, ਹਾਂ ਪਰ ਸੱਚ ਇੰਨਾ ਕੁ ਬੋਲਿਓ ਕਿ ਤੁਸੀਂ ਆਪਣੇ ਪਾਸਪੋਰਟ ਦਾ ਨਾਮ ਹੈ ਜਿਹੜਾ ਕਿ
ਕਿਤੇ ਉਹ ਪੁੱਛੇ ਵਾਟਸ ਯੋਰ ਨੇਮ ਅਕਸ਼ੇ ਕੁਮਾਰ, ਨਹੀਂ ਇੰਨਾ ਵੀ ਗੱਪ ਨਹੀਂ ਚੱਲਦਾ, ਲਿਮਿਟਡ ਚੱਲੇਗਾ। ਰਹੀ ਗੱਲ ਕਿਊ ਕਾਰਡ ਦੀ, ਕਿਊ ਕਾਰਡ ਦੇ ਵਿੱਚ ਇੱਕ ਸਟੋਰੀ ਬਣਾਉਣੀ ਹੁੰਦੀ ਹੈ ਤੇ ਸਟੋਰੀ ਹਮੇਸ਼ਾ ਝੂਠੀ ਹੁੰਦੀ ਆ। ਮੈਨੂੰ ਇੱਕ ਟੌਪਿਕ ਆ ਗਿਆ ਟਾਕ ਅਬਾਊਟ ਐਨ ਆਈਫਲ ਟਾਵਰ ਯੂ ਸੌ, ਤਾਂ ਡੈਫੀਨੇਟਲੀ ਮੈਂ ਕੀ ਕੀਤਾ, ਐਂ ਵੀ ਜਿਵੇਂ ਕੋਈ ਬੱਸ ਸਟੈਂਡ ਦਾ ਸੀਨ ਹੁੰਦਾ, ਬਸ ਜਿੱਥੇ ਤੇ ਬੱਸ ਸਟੈਂਡ ਉੱਥੇ ਆਈਫਲ ਟਾਵਰ, ਮਤਲਬ ਕੀ ਹੁੰਦਾ ਹੈ ਮੌਕੇ ਤੇ ਨਹੀਂ ਬਣਾਉਣਾ ਹੁੰਦਾ, ਆਪਣੇ ਮਾਈਂਡ 'ਚ ਨਾ ਪਹਿਲੀ ਪ੍ਰੀਪੇਅਰ ਹੁੰਦਾ ਵੈਨ ਐਂਡ ਵੇਅਰ ਬੁਲੇਟ ਪੁਆਇੰਟਸ ਹੁੰਦੇ ਨਾ, ਆਪਾਂ ਸਟੈਪ ਬਾਈ ਸਟੈਪ ਬੋਲਦੇ, ਬੱਚੇ ਨੂੰ ਹੁੰਦਾ ਕਿ 1 ਮਿੰਟ 'ਚ ਕਿਵੇਂ ਤਿਆਰ ਕਰੂੰਗਾ, ਉਹ 1 ਮਿੰਟ 'ਚ ਨਹੀਂ ਤਿਆਰ ਕਰਨਾ ਹੁੰਦਾ, ਬਸ ਉਹ 'ਚ ਐ ਹੁੰਦਾ ਵੈਨ ਐਂਡ ਵੇਅਰ। ਵੈਨ ਤਾਂ ਹਮੇਸ਼ਾ ਮੈਂ ਲਾਸਟ ਈਅਰ ਰੱਖਦਾ ਤੇ ਵੇਅਰ ਮੇਰਾ ਚੰਡੀਗੜ੍ਹ ਹੁੰਦਾ ਹੈਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਟੋਰੀ ਨੂੰ ਜਿਵੇਂ ਮਰਜ਼ੀ ਕ੍ਰੀਏਟ ਕਰ ਸਕਦੇ ਆ, ਪਰ ਯਾਦ ਰੱਖਿਓ ਟਾਸਕ 3 ਹੈ ਜਿਹੜਾ, ਇਹ ਤੁਹਾਡੀ ਨੌਲੇਜ ਬੇਸਡ ਹੈ। ਐਗਜ਼ਾਮੀਨਰ ਜੇ ਤੁਹਾਨੂੰ ਫਸਾਏਗਾ ਤਾਂ ਟਾਸਕ 3 ਤੇ ਫਸਾਏਗਾ, ਕਿਉਂਕਿ ਇਹ ਲੌਜਿਕ ਬੇਸਡ ਕੁਐਸਚਨਸ ਹੁੰਦੇ ਆ, ਇਹ 'ਚ ਝੂਠ ਨਹੀਂ ਚੱਲਦਾ ਹੈਗਾ। ਬਸ ਇਹ ਚੀਜ਼ ਹੈ। ਆਪਾਂ 4 ਮੋਡਿਊਲ ਨੇ, ਟਾਈਮ ਜਿੰਨਾ ਵੀ ਸੀਗਾ ਮੇਰੇ ਕੋਲ ਘੱਟ ਸੀ ਵੱਧ ਸੀ, ਪਰ ਮੈਂ ਜਿੰਨਾ ਦਿਲੋਂ ਤੁਹਾਨੂੰ ਦੱਸਿਆ, ਤੁਸੀਂ ਇਹ ਨਹੀਂ ਹੈਗਾ ਕਿ 15 ਦਿਨ ਚਾਈਲਸ ਕਰ ਲਓ, ਮਹੀਨੇ ਚਾਈਲਸ ਕਰ ਲਓ, ਇਟ ਡਿਪੈਂਡਸ ਔਨ ਯੂ। 2 ਸਗੇ ਭੈਣ ਭਰਾ ਵੀ ਮੇਰੇ ਕੋਲ ਪੜ੍ਹਨ ਆਉਂਦੇ ਨੇ ਨਾ, ਸ਼ਾਇਦ ਇੱਕ ਪਹਿਲਾਂ ਪੇਪਰ ਦੇ ਇੱਕ ਬਾਅਦ ਚੋਂ, ਤੇ ਆਪਦਾ ਕੰਪੈਰੀਜ਼ਨ ਕਦੇ ਵੀ ਕਿਸੇ ਨਾਲ ਨਾ ਕਰਿਆ ਕਰੋ, ਕਿਉਂਕਿ ਯੂ ਆਰ ਬੈਸਟ, ਤੁਸੀਂ ਆਪਦੇ ਆਪ ਬੈਸਟ ਹੋ। ਤੇ ਹਰ ਬੰਦਾ ਜੇ ਕੋਈ 7 ਲੈ ਕੇ ਆਉਂਦਾ ਹੈ ਤਾਂ ਆਪਦੀ ਪਾਵਰ ਲਈ ਲੈ ਕੇ ਆਉਂਦਾ, ਜੇ 9 ਹੈ ਤਾਂ ਆਪਦੀ ਪਾਵਰ ਦੇ ਲਈ ਹੈ। ਨੈਵਰ ਜੈਲਸੀ, ਡੂ ਪ੍ਰੈਪਰੇਸ਼ਨ, ਤੇ ਡੈਫੀਨੇਟਲੀ ਯੂ ਵੁੱਡ ਡੈਫੀਨੇਟਲੀ ਕਰੈਕ ਯੂਰ ਐਗਜ਼ਾਮ। ਸੋ ਮੈਂ ਐਟ ਦਾ ਐਂਡ ਜੋਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੇ ਇਹ ਚੀਜ਼ ਯਾਦ ਰੱਖਿਓ, ਇਹਨਾਂ ਸਟ੍ਰੈਟਜੀ ਨੂੰ ਫੋਲੋ ਕਰਕੇ ਦੇਖਿਓ ਤੇ ਪੇਪਰ ਦੇ ਵਿੱਚ ਨਾ ਬੂਸਟ ਹੋਗੇ। ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ, ਜੇ ਆਇਲਸ ਕਰੈਕ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਤੁਸੀਂ ਰਮਨ ਆਇਲਸ ਚੈਨਲ ਹੈ YouTube ਦੇ ਉੱਤੇ, ਉਹਨੂੰ ਵਿਜ਼ਿਟ ਕਰਿਓ ਤੇ ਤੁਹਾਨੂੰ ਬੜਾ ਪੋਜ਼ਿਟਿਵ ਰਿਸਪੌਂਸ ਮਿਲੇਗਾ। ਥੈਂਕ ਯੂ ਵੈਰੀ ਮਚ, ਰਿਸਪੈਕਟ ਯੂ, ਸਤਿ ਸ਼੍ਰੀ ਅਕਾਲ। जोश टॉक्स ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ 'ਚ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇੰਸਪਾਇਰਿੰਗ ਕਹਾਣੀਆਂ ਸਿਰਫ Spotify ਤੇ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।